ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਗਲੇ ਭਾਗ ਬਾਰੇ ਜਾਣਨ ਜਾ ਰਹੇ ਹਾਂ। ਵੈਦ ਬੁਲਾਇਆ ਬੈਦਗੀ। ਧਰਮ ਦਾ ਫਰਮਾਨ ਹੈ ਕਿ ਹੇ ਬੰਦੇ, ਤੂੰ ਜੋ ਵੀ ਸਾਹ ਲੈ ਰਿਹਾ ਹੈ ਇਹ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਸਦਕਾ ਹੀ ਲੈ ਰਿਹਾ ਹੈ। ਹਰ ਸਾਹ ਉਸ ਕਾਦਰ ਨੂੰ ਯਾਦ ਕਰ ਕਿ ਪਤਾ ਕਿਹੜੇ ਸਾਹ ਆਖਰੀ ਸਾਹ ਹੋਵੇ। ਸ਼ਾਮ ਸਵੇਰੇ ਉਸ ਪਰਮ ਪੁਰਸ਼ ਦਾ ਜਾਪ ਕਰ ਤਾਂ ਕਿ ਨਾਭੀ ਤੋਂ ਲੈ ਕੇ ਮਸਤਕ ਤੱਕ ਗੂੰਜਦੀ ਇਲਾਹੀ ਨਾਦ ਤੂੰ ਸੁਣ ਸਕੇ, ਤੇਰੀ ਤ੍ਰਿਕੁਟੀ ਖੁੱਲ੍ਹ ਸਕੇ ਤੇ ਤੇਰਾ ਅੰਤਰ ਚਾਨਣ ਹੋ ਸਕੇ। ਇੱਕ ਵਾਰ ਵਾਹਿਗੁਰੂ ਆਖਣ ਨਾਲ ਨਾਭੀ ਤੋਂ ਲੈ ਕੇ ਮਸਤਕ ਤੱਕ ਗੂੰਜਦੀ ਇਲਾਹੀ ਨਾਦ ਤੂੰ ਸੁਣ ਸਕੇ, ਕਿਉਂਕਿ ਵਹ ਅੱਖਰ ਕਹਿੰਦੇ ਹਾਂ ਨਾਭੀ ਹਿਰਦੇ ਚੋਂ ਗਲੇ ਚੋਂ ਤੇ ਮਸਤਕ ਚੋਂ, ਤੇ ਇਸ ਤਰ੍ਹਾਂ ਰੋਮ ਰੋਮ 'ਚ ਵਾਹਿਗੁਰੂ ਵਸ ਜਾਵੇ ਤੇ ਤੂੰ ਤ੍ਰਿਸ਼ਨਾ ਦੀ ਅੱਗ ਚੋਂ ਬਚ ਸਕੇ। ਇਸ ਅੱਗ ਤੋਂ ਬਚਣ ਦਾ ਹੋਰ ਕੋਈ ਚਾਰਾ ਨਹੀਂ, ਇਹ ਭੈੜੀ ਵੱਧਦੀ ਹੀ ਜਾਂਦੀ ਹੈ। ਅੱਗੇ ਤੋਂ ਅੱਗੇ ਸ਼ੁਭ ਅਮਲਾਂ ਤੋਂ ਬਿਨਾਂ ਇਹ ਅੱਗ ਸ਼ਾਂਤ ਨਹੀਂ ਹੁੰਦੀ। ਕਾਰੂ ਬਾਦਸ਼ਾਹ ਜਦੋਂ ਮਰਨ ਕਿਨਾਰੇ ਪਿਆ ਸੀ ਤੇ ਜਦੋਂ ਉਸ ਕੋਲ ਗਿਣਤੀ ਦੇ ਸਾਹ ਬਾਕੀ ਸਨ ਤਾਂ ਉਹ ਆਪਣੇ ਕਾਰਕੁਨਾਂ ਨੂੰ ਕਿਹਾ ਕਿ ਮੇਰੀ ਸਾਰੀ ਦੌਲਤ ਵਿਖਾਵੋ ਜਿਸ ਖਾਤਰ ਮੈਂ ਸਾਰੀ ਉਮਰ ਗਵਾਈ ਹੈ। ਜਦੋਂ ਦੌਲਤ ਖਜ਼ਾਨਿਆਂ ਤਿਜੋਰੀਆਂ 'ਚ ਕੱਢ ਦਰਬਾਰ 'ਚ ਢੇਰ ਲਾਏ ਤਾਂ 40 ਗੰਜ ਲੱਗ ਗਏ। ਤਾਂ ਉਸ ਦੇ ਮੰਤਰੀਆਂ ਕਿਹਾ ਕਿ ਬਾਦਸ਼ਾਹ, ਇਹ ਹੈ ਤੁਹਾਡੀ ਸਾਰੀ ਦੌਲਤ। ਤਾਂ ਬਾਦਸ਼ਾਹ ਕਾਰੂ ਦੌਲਤ ਨੂੰ ਵੇਖ ਕੇ ਬਹੁਤ ਰੋਇਆ ਤੇ ਪਾਗਲਾਂ ਵਾਂਗੂ ਆਖਣ ਲੱਗਾ ਕਿ ਹੁਣ ਮੇਰੇ ਅੰਤ ਵੇਲੇ ਮੇਰੇ ਨਾਲ ਚੱਲੇਗੀ ਨਹੀਂ। ਉਸ ਦੇ ਦਿਲ ਵਿੱਚੋਂ ਆਵਾਜ਼ ਆਈ, ਫਿਰ ਮੈਂ ਕਿਸ ਲਈ ਸਾਰੀ ਉਮਰ ਗਰੀਬਾਂ ਦਾ ਲਹੂ ਪੀਤਾ। ਇਸ ਦੌਲਤ ਵਾਸਤੇ ਕਿੰਨੇ ਸੁਹਾਗ ਉਜਾੜੇ, ਕਿੰਨੇ ਵਸਦੇ ਰਸਦੇ ਘਰ ਤਬਾਹ ਕੀਤੇ, ਕੋਈ ਹਿਸਾਬ ਨਹੀਂ। ਕਾਸ਼ ਮੈਂ ਕੋਈ ਚੰਗਾ ਕੰਮ ਕੀਤਾ ਹੁੰਦਾ, ਦੁਨੀਆ ਮੈਨੂੰ ਯਾਦ ਕਰਦੀ। ਹੁਣ ਮੈਂ ਇਸ ਦੌਲਤ ਨੂੰ ਕੀ ਕਰਾਂਗਾ? ਸਾਰੀ ਜ਼ਿੰਦਗੀ ਦਾ ਕਲੰਕ ਹੀ ਖੱਟਿਆ ਹੈ ਤੇ ਹੁਣ ਇਹ ਦੌਲਤ ਵੀ ਮੇਰਾ ਸਾਥ ਛੱਡ ਚੱਲੀ ਹੈ। ਆਖਿਰ ਲੋਚਦਾ ਕਾਰੂ ਮਰ ਗਿਆ, ਤ੍ਰਿਸ਼ਨਾ ਨਾ ਮੁੱਕੀ, ਸਾਹ ਮੁੱਕ ਗਏ। ਮੌਤ ਨੂੰ ਅੱਖੋਂ ਓਹਲੇ ਕਰਨ ਵਾਲਿਆਂ ਦਾ ਇਹ ਹੀ ਹਸ਼ਰ ਹੁੰਦਾ ਹੈ। ਬਾਦਸ਼ਾਹ ਸਿਕੰਦਰ ਨੇ ਵੀ ਬੜਾ ਖੂਨ ਖਰਾਬਾ ਕੀਤਾ ਸੀ, ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਸਿਰਫ ਦੌਲਤ ਖਾਤਰ ਆਪਣਾ ਸਿੱਕਾ ਜਮਾ ਕੇ ਮਰਨਾ ਨਹੀਂ ਸੀ ਚਾਹੁੰਦਾ। ਬੁੱਢਾ ਹੋਇਆ ਸਿਕੰਦਰ ਅੰਮ੍ਰਿਤ ਦੇ ਕੁੰਡ ਲੱਭਦਾ ਫਿਰਦਾ ਸੀ ਤਾਂ ਕਿ ਹੋਰ ਜਿਉਂਦਾ ਰਹਿ ਸਕੇ, ਹਾਲੇ ਹੋਰ ਉਪੱਦਰ ਕਰ ਸਕੇ। ਘਿਨਾਉਣੇ ਜ਼ੁਲਮ ਸ਼ਾਇਦ ਹਾਲੇ ਉਸਦੇ ਮਨ 'ਚ ਹੋਰ ਬਾਕੀ ਸਨ। ਖੋਟੇ ਕਰਮਾਂ ਦੀ ਇੱਛਾ ਕਰਨ ਵਾਲਿਆਂ ਨੂੰ ਅੰਮ੍ਰਿਤ ਕੀ ਨਸੀਬ ਹੋਣਾ ਹੋਇਆ। ਹੰਕਾਰ 'ਚ ਫਸਿਆ ਮੂਰਖ ਮਨੁੱਖ ਜਨਮ ਮਰਨ ਦੇ ਗੇੜ ਚੱਕਰ ਲਾਉਂਦਾ ਫਿਰਦਾ ਰਿਹਾ। ਨਾਨਕ ਨੇ ਇਸ ਧਰਤੀ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਜਿਉਂ-ਜਿਉਂ ਲੋਕਾਂ ਦੀ ਲਾਚਾਰੀ, ਲੋਕਾਂ ਦੀ ਗਰੀਬੀ, ਅਤਿਆਚਾਰ ਦੀ ਹੱਦ ਵੇਖਦੇ ਤਿਉਂ ਆਪ ਉਸ ਅਕਾਲ ਦੀ ਯਾਦ ਵਿੱਚ ਲੀਨ ਹੋ ਜਾਂਦੇ। ਉਸ ਦੀ ਰਜ਼ਾ 'ਚ ਕੋਈ ਹੱਲ ਲੱਭਦੇ। ਕਿਵੇਂ ਇਹਨਾਂ ਤਪਦੇ ਦਿਲਾਂ 'ਚ ਠੰਡ ਪਾਈ ਜਾਵੇ, ਕਿਵੇਂ ਇਹਨਾਂ ਦੀਆਂ ਬੇਵਜ੍ਹਾ ਵਧੀਆਂ ਤ੍ਰਿਸ਼ਨਾਵਾਂ ਨੂੰ ਰੋਕਿਆ ਜਾਵੇ। ਹਾਲੇ ਬਹੁਤ ਦੇਰ ਲੱਗੇਗੀ। ਧਰਮ ਨੂੰ ਕਿਵੇਂ ਨਿੱਘਰ ਨਰੋਆ ਕੀਤਾ ਜਾ ਸਕੇ, ਇਸ ਤਰ੍ਹਾਂ ਆਪ ਧਿਆਨ 'ਚ ਰਹਿੰਦੇ। ਮਾਤਾ ਪਿਤਾ ਤੇ ਪਿੰਡ ਦੇ ਲੋਕਾਂ ਨੇ ਸਮਝਾਇਆ ਕਿ ਨਾਨਕ ਠੀਕ ਨਹੀਂ ਰਹਿੰਦੇ। ਇਹਨਾਂ ਦਾ ਸਵਾਸਥ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ, ਬਿਮਾਰ ਹੋ ਗਏ ਨੇ। ਨਾਨਕ ਸਭ ਨੇ ਸੋਚਿਆ। ਨਾਨਕ ਇਸ ਬਿਮਾਰ ਜਗਤ ਦੀਆਂ ਬਿਮਾਰੀਆਂ ਦਾ ਹੱਲ ਲੱਭਦੇ ਫਿਰਦੇ ਸਨ। ਮਾਤਾ ਪਿਤਾ, ਰਾਏ ਬੁਲਾਰ, ਹੋਰ ਤਲਵੰਡੀ ਦੇ ਕਈ ਚਾਹਤਗਾਰ ਚਿੰਤਿਤ ਹੋ ਗਏ ਕਿ ਨਾਨਕ ਕੁਝ ਬੋਲਦੇ ਨਹੀਂ। ਲੋਕ ਹੈਰਾਨ ਹੋ ਕੇ ਕਾਲੂ ਨੂੰ ਪੁੱਛਣ ਲੱਗੇ, ਤੇਰੇ ਪੁੱਤਰ ਨੂੰ ਕੀ ਹੋ ਗਿਆ ਏ ਕਾਲੂ? ਪਿਤਾ ਨੇ ਨਾਨਕ ਦਾ ਇਲਾਜ ਕਰਵਾਉਣ ਲਈ ਚਾਚੇ ਲਾਲੂ ਨੂੰ ਕੋਈ ਵੈਦ ਲਿਆਉਣ ਲਈ ਕਿਹਾ ਤਾਂ ਲਾਲੂ ਹਰੀਦਾਸ ਵੈਦ ਨੂੰ ਲੈ ਕੇ ਆਏ ਤੇ ਪਿਤਾ ਮਹਿਤਾ ਜੀ ਨੇ ਸਾਰੀ ਗੱਲਬਾਤ ਵੈਦ ਨੂੰ ਦੱਸੀ। ਤਾਂ ਵੈਦ ਨੇ ਕਿਹਾ, ਕਾਕਾ ਲਿਆ, ਮੈਂ ਤੇਰੀ ਨਬਜ਼ ਵੇਖਾਂ, ਤੈਨੂੰ ਕੀ ਰੋਗ ਹੈ? ਪਿੱਤ ਹੈ, ਬੈ ਹੈ, ਬਲਗਮ ਹੈ ਜਾਂ ਕੋਈ ਹੋਰ ਤੇਰੇ ਖੂਨ 'ਚ ਖਰਾਬੀ ਹੈ? ਨਬਜ਼ ਵੇਖ ਕੇ ਪਤਾ ਲੱਗਣਾ ਸਕਾ ਹੈ, ਕਿਉਂਕਿ ਇਹਨਾਂ ਮੁੱਖ ਵਿਕਾਰਾਂ ਤੋਂ ਹੀ ਸਰੀਰ 'ਚ ਸਾਰੇ ਰੋਗ ਦਾ ਵਿਕਾਸ ਹੁੰਦਾ ਹੈ। ਜਿਉਂ ਹੀ ਮੇਰੀ ਦਵਾਈ ਤੁਸੀਂ ਖਾਓਗੇ, ਤਨ ਚੁਸਤ ਹੋ ਜਾਏਗਾ, ਤੁਹਾਡਾ ਸਰੀਰ ਤਕੜਾ ਹੋ ਜਾਏਗਾ। ਤਦ ਗੁਰੂ ਜੀ ਨੇ ਕਿਹਾ, ਵੇਦ ਤੂੰ ਪਹਿਲੇ ਰੋਗ ਦਾ ਨਬਜ਼ ਪਛਾਣ। ਇਹ ਸਾਰੇ ਸੰਸਾਰ ਨੂੰ ਹਉਮੈ ਦਾ ਰੋਗ ਹੈ। ਇਸ ਹਉਮੈ ਨੇ ਖਲਕਤ ਦੇ ਈਮਾਨ ਦਾ ਕਲੇਜਾ ਖਾ ਲਿਆ ਹੈ।
ਇਹ ਹਉਮੈ ਰੋਗ ਹੀ ਜਨਮ ਮਰਨ ਦੇ ਚੱਕਰ 'ਚ ਪਾਉਂਦਾ ਹੈ। ਇਹ ਰੋਗ ਤਾਂ ਹੀ ਖਤਮ ਹੋ ਸਕਦਾ ਹੈ ਜੇ ਰੋਗੀ ਆਪਣੇ ਆਪ ਨੂੰ ਪਛਾਣੇ। ਹਰ ਕੋਈ ਵੀ ਇਸ ਰੋਗ ਨੂੰ ਖਤਮ ਨਹੀਂ ਕਰ ਸਕਦਾ। ਉਸ ਪਰਮਾਤਮਾ ਦੀ ਸ਼ਰਨ ਤੋਂ ਸਿਵਾ ਇਸ ਰੋਗ ਦੀ ਕੋਈ ਵੀ ਦਵਾ ਨਹੀਂ ਹੈ। ਹੇ ਵੇਦ, ਜੇ ਤੇਰੇ ਕੋਲ ਕੋਈ ਹੋਰ ਦਵਾ ਹੈ ਤਾਂ ਮੈਨੂੰ ਪਿਆ ਦੇ, ਜਿਸ ਨਾਲ ਸਾਰੇ ਜੱਗ ਦਾ ਹਉਮੈ ਰੋਗ ਕੱਟਿਆ ਜਾ ਸਕੇ। ਮੈਨੂੰ ਇਹ ਹੀ ਰੋਗ ਹੈ। ਸਾਰੀ ਦੁਨੀਆ ਦਾ ਦੁੱਖ ਕਿਸ ਵਿਧੀ ਨਾਲ ਖਤਮ ਕੀਤਾ ਜਾ ਸਕੇ, ਐਸੀ ਦਵਾਈ ਦੀ ਮੈਨੂੰ ਭਾਲ ਹੈ। ਤਦ ਵੈਦ ਨੇ ਹੱਥ ਜੋੜ ਕੇ ਕਿਹਾ, ਨਾਨਕ, ਤੇਰੀਆਂ ਗੱਲਾਂ ਨੇ ਮੈਨੂੰ ਭਰਮਾਂ 'ਚੋਂ ਕੱਢ ਦਿੱਤਾ ਹੈ। ਮੇਰਾ ਅੰਤਰਮਨ ਨਿਰਮਲ ਹੋ ਗਿਆ ਜਾਪਦਾ ਹੈ। ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਹੋਰ ਕੋਈ ਸਾਧਨ ਹੈ? ਕਾਮ, ਕ੍ਰੋਧ ਤੇ ਮੋਹ ਤ੍ਰਿਦੋਖ ਖਾਸ ਰੋਗ ਹਨ। ਇਹਨਾਂ ਨੇ ਹੀ ਜੀਵਨ ਦੀ ਅੰਮ੍ਰਿਤ ਧਾਰਾ ਨੂੰ ਜ਼ਹਿਰ ਕਰ ਦਿੱਤਾ ਹੈ। ਇਹਨਾਂ 'ਤੇ ਜਿੱਤ ਪ੍ਰਾਪਤ ਕਰਕੇ ਹੀ ਵੈਦ ਜੀ ਨਿਰੋਗ ਹੋ ਸਕਦਾ ਹੈ। ਉਸ ਅਕਾਲ ਪੁਰਖ ਦੇ ਬਚਨ ਹੀ ਅੰਮ੍ਰਿਤ ਰਸ ਉੱਤਮ ਔਖਦ ਹਨ। ਜੋ ਪ੍ਰਾਣੀ ਇਸ ਦਾ ਸੇਵਨ ਕਰਦਾ ਹੈ ਮੁਕਤ ਹੋ ਜਾਂਦਾ ਹੈ। ਪਰਾਈ ਨਿੰਦਾ ਕਰਨਾ ਮਾਨੋ ਉਲਟੀ ਰੋਗ ਹੈ। ਜਿੰਨੇ ਵੀ ਸਰੀਰ ਦੇ ਰੋਗ ਹਨ ਉਹ ਸਭ ਗੁਰੂ ਦੀ ਕਿਰਪਾ ਨਾਲ ਦੂਰ ਹੋ ਸਕਦੇ ਹਨ। ਇਸ ਤਰ੍ਹਾਂ ਨਾਨਕ ਕਈ ਦਿਨ ਘਰ ਹੀ ਪਏ ਰਹੇ, ਕਿਸੇ ਨਾਲ ਬੋਲਦੇ ਚੱਲਦੇ ਵੀ ਨਹੀਂ। ਸਭ ਪੰਡਿਤ ਪੁਰੋਹਿਤ ਤੇ ਹੋਰ ਜੋ ਨਾਨਕ ਨਾਲ ਗੱਲਬਾਤ ਕਰਦਾ, ਸਭ ਕਹਿੰਦੇ ਨੇ, ਮਹਿਤਾ ਤੇਰਾ ਪੁੱਤਰ ਗੁਣਾਂ ਦਾ ਖਜ਼ਾਨਾ ਏ। ਤਦ ਮਹਿਤਾ ਆਖਦੇ, ਤੁਸੀਂ ਸਭ ਉਸੇ ਦੀਆਂ ਸਿਫਤਾਂ ਕਰਦੇ ਹੋ, ਮੇਰੇ ਦੁੱਖ ਦਾ ਖਿਆਲ ਨਹੀਂ ਕਰਦੇ। ਤੁਹਾਨੂੰ ਸਭ ਚੰਗਾ ਭਲਾ ਪਤਾ ਹੈ ਨਾਨਕ ਕੋਈ ਵੀ ਧਨ ਕਮਾਉਣ ਦਾ ਉਪਰਾਲਾ ਨਹੀਂ ਕਰਦੇ। 2 ਮਹੀਨੇ ਇਸ ਤਰ੍ਹਾਂ ਉਦਾਸੀ ਵਿੱਚ ਹੀ ਲੰਘੇ ਤੇ ਫਿਰ ਗੁਰੂ ਜੀ ਕੁਝ ਬਾਹਰ ਘੁੰਮਣ ਫਿਰਨ ਜਾਣ ਲੱਗੇ ਤੇ ਪ੍ਰਸ਼ਾਦਾ ਵੀ ਵੇਲੇ ਸਿਰ ਛਕ ਲੈਂਦੇ। ਮਾਤਾ ਨੇ ਪੁੱਤਰ ਦੀ ਤੰਦਰੁਸਤੀ ਲਈ ਬ੍ਰਾਹਮਣਾਂ ਨੂੰ ਬਹੁਤ ਸਾਰਾ ਦਾਨ ਦਿੱਤਾ। ਪਿਤਾ ਨੇ ਵੀ ਨਾਨਕ ਲਈ ਵਧੀਆ ਵਧੀਆ ਕੀਮਤੀ ਕੱਪੜੇ ਲੈ ਕੇ ਦਿੱਤੇ। ਸਭ ਸਕੇ ਸੰਬੰਧੀ ਰਿਸ਼ਤੇਦਾਰ ਨਾਨਕ ਦੀ ਖਬਰ ਲੈਣ ਆਉਂਦੇ। ਇੱਕ ਦਿਨ ਪਿਤਾ ਨੇ ਆਪਣੇ ਪਾਸ ਬਿਠਾ ਕੇ ਬੜੇ ਮੋਹ ਨਾਲ ਆਖਿਆ, ਪੁੱਤਰ, ਹੁਣ ਤੂੰ ਬਿਲਕੁਲ ਤੰਦਰੁਸਤ ਹੋ ਗਿਆ ਹੈ। ਹੁਣ ਤੂੰ ਮੱਝਾਂ ਗਾਵਾਂ ਚਾਰਨ ਜਾਇਆ ਕਰ, ਆਪ ਹੀ ਨੌਕਰ ਚਾਰ ਲਿਆਇਆ ਕਰਨਗੇ। ਹੁਣ ਤੂੰ ਵੱਡਾ ਹੋ ਗਿਆ ਹੈ, ਖੇਤੀ ਕਰਨ ਲੱਗ ਜਾ। ਨਾਨਕ ਬੜੇ ਪ੍ਰੇਮ ਨਾਲ ਆਖਣ ਲੱਗੇ, ਜਿਵੇਂ ਪਿਤਾ ਜੀ ਤੁਸੀਂ ਆਖੋਗੇ ਮੈਂ ਉਵੇਂ ਹੀ ਕਰਾਂਗਾ। ਮੈਂ ਤੁਹਾਡਾ ਆਖਾ ਨਹੀਂ ਮੋੜ ਸਕਦਾ। ਪਿਤਾ ਨੇ ਵਧੀਆ ਬਲਦ ਲੈ ਦਿੱਤੇ ਖੇਤੀ ਕਰਨ ਵਾਸਤੇ। ਨਾਨਕ ਹਲ ਪੰਜਾਲੀ ਜੋਤ ਕੇ ਖੇਤਾਂ ਨੂੰ ਤੁਰ ਪਏ। ਵਿਰਲਾ ਵਿਰਲਾ ਸਿਆੜ ਕੱਢ ਕੇ ਬੀਜ ਦਾ ਛਿੱਟਾ ਮਾਰ ਆਏ। ਉਹਨਾਂ ਦੀ ਨਜ਼ਰ ਵਿੱਚ ਹੀ ਬਰਕਤਾਂ ਦੇ ਭੰਡਾਰ ਨੇ। ਫਸਲਾਂ ਬਹੁਤ ਹੀ ਵਧੀਆ ਤੀਜੇ ਦਿਨ ਹੀ ਉਗਣੋਂ ਸ਼ੁਰੂ ਹੋ ਗਈ। ਨਾਨਕ ਜਾਣਦੇ ਸਨ ਕਿ ਪਿਤਾ ਦੇ ਹਰ ਹੁਕਮ ਦਾ ਮਤਲਬ ਧਨ ਪ੍ਰਾਪਤੀ ਤੋਂ ਸਿਵਾ ਕੁਝ ਨਹੀਂ ਹੁੰਦਾ। ਫਸਲ ਉੱਗੀ ਵੇਖ ਕੇ ਮਹਿਤਾ ਕਲਿਆਣ ਜੀ ਬਹੁਤ ਖੁਸ਼ ਹੋਏ ਤੇ ਮਨ 'ਚ ਵਿਚਾਰ ਕਰਨ ਲੱਗੇ, ਮੇਰਾ ਪੁੱਤਰ ਵੱਡਾ ਜ਼ਿਮੀਂਦਾਰ ਬਣੇਗਾ। ਇਸ ਵਾਸਤੇ ਮੈਂ ਨੌਕਰ ਚਾਕਰ ਰੱਖ ਕੇ ਇਸ ਨੂੰ ਪਿੰਡ ਹੀ ਨਵਾਂ ਸੰਭਾਲ ਦੇਵਾਂਗਾ। ਨਾਨਕ ਬਹੁਤ ਸਾਰਾ ਅੰਨ ਪ੍ਰਾਪਤ ਕਰਕੇ ਧਨ ਪ੍ਰਾਪਤ ਕਰ ਸਕੇਗਾ। ਨਾਨਕ ਬਹੁਤ ਵੱਡਾ ਅਮੀਰ ਆਦਮੀ ਬਣ ਜਾਵੇਗਾ। ਨਾਨਕ ਸੋਚਦੇ ਸਨ ਕਿ ਪਿਤਾ ਨੂੰ ਕਿੱਡੀ ਤ੍ਰਿਸ਼ਨਾ ਲੱਗੀ ਹੋਈ ਹੈ ਧਨ ਪ੍ਰਾਪਤ ਕਰਨ ਵਾਸਤੇ। ਕੀ ਕਰਨਗੇ? ਇਹ ਧਨ ਦਾ ਕੋਈ ਕਰਮ ਤੇ ਨਹੀਂ ਹੈ ਜੋ ਅੱਗੇ ਜਾ ਕੇ ਕੰਮ ਆ ਸਕੇਗਾ। ਇਹ ਨਾਨਕ ਮਨ 'ਚ ਵਿਚਾਰ ਕਰਕੇ ਵੇਖ ਕਿਵੇਂ ਪਿਤਾ ਦੀਆਂ ਤ੍ਰਿਸ਼ਨਾਵਾਂ ਨੂੰ ਖਤਮ ਕੀਤਾ ਜਾ ਸਕੇ। ਉਹ ਖੇਤਾਂ ਵਿੱਚ ਜਾ ਬੈਠੇ। ਜਿਹੜਾ ਵੀ ਡੰਗਰ ਖੇਤੀ ਬਰਬਾਦ ਕਰਦਾ ਨਾਨਕ ਨੇ ਨਹੀਂ ਹਟਾਇਆ। ਸਾਰੀ ਫਸਲ ਖਰਾਬ ਕਰ ਦਿੱਤੀ ਅਵਾਰਾ ਡੰਗਰਾਂ ਨੇ। ਸ਼ਾਮ ਹੋਈ ਤਾਂ ਨਾਨਕ ਉੱਠ ਕੇ ਘਰ ਆ ਗਏ। ਦੂਜੇ ਦਿਨ ਜਦੋਂ ਖੇਤਾਂ ਵੱਲ ਮਹਿਤਾ ਕਾਲੂ ਨੂੰ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਕ੍ਰੋਧ ਆਇਆ। ਗੁੱਸੇ ਦੀ ਅੱਗ 'ਚ ਸੜਨ ਲੱਗੇ। ਆਖਣ ਲੱਗੇ, ਇਹ ਨਿਖੱਟੂ ਜਿਸ ਦਿਨ ਦਾ ਮੇਰੇ ਘਰ 'ਚ ਜੰਮਿਆ ਏ, ਮੇਰੀ ਬਰਬਾਦੀ ਕਰਨ ਤੇ ਤੁਰਿਆ ਏ। ਮੇਰੀ ਮਾੜੀ ਕਿਸਮਤ ਜੋ ਐਸਾ ਪੁੱਤਰ ਮੈਨੂੰ ਰੱਬ ਨੇ ਦਿੱਤਾ ਏ। ਤੇ ਨਾਨਕ ਨੂੰ ਆਖਣ ਲੱਗੇ, ਢੀਠ ਤੇ ਨਾਲਾਇਕ ਨਾਨਕ, ਤੇਰੇ ਨਾਲੋਂ ਤਾਂ ਬੇਔਲਾਦ ਹੀ ਚੰਗਾ ਸੀ। ਕੀ ਥੁੜਿਆ ਸੀ ਤੇਰੇ ਜੰਮਣ ਵਾਜੋ। ਨਾਨਕ ਚੁੱਪਚਾਪ ਪਿਤਾ ਨੂੰ ਸੁਣਦੇ ਰਹੇ, ਮੂੰਹੋਂ ਕੁਝ ਨਹੀਂ ਬੋਲੇ। ਮਹਿਤਾ ਫਿਰ ਬੋਲੇ, ਕੋਈ ਐਸੇ ਪੁੱਤਰ ਹੁੰਦੇ ਜੋ ਧਨ ਕਮਾ ਕੇ ਇੱਜ਼ਤ ਮਾਣ ਪੈਦਾ ਕਰ ਲੈਂਦੇ ਹਨ। ਇੱਕ ਤੇਰੇ ਵਰਗੇ ਨਿਖੱਟੂ ਜੋ ਬਣੀ ਬਣਾਈ ਵੀ ਖਾਕ ਕਰ ਦਿੰਦੇ ਹਨ। ਤੈਨੂੰ ਸਾਡਾ ਕੋਈ ਦੁੱਖ ਦਰਦ ਨਹੀਂ ਹੈ। ਤੈਨੂੰ ਤੇ ਆਪਣੀ ਮਸਤੀ ਦੀ ਪਈ ਹੈ। ਖੌਰੇ ਤੇਰਾ ਕੀ ਦੁਖਦਾ ਹੈ? ਤੈਨੂੰ ਕਿਹੜੀਆਂ ਗੁਪਤ ਬਿਮਾਰੀਆਂ ਲੱਗੀਆਂ ਨੇ? ਸਾਨੂੰ ਸਮਝ ਨਹੀਂ ਆ ਰਹੀ। ਤੂੰ ਘਰ 'ਚ ਕਦੀ ਹੱਸਦਾ ਖੇਡਦਾ ਨਹੀਂ, ਚੁੱਪਚਾਪ ਹਰ ਵੇਲੇ ਚੁੱਪ। ਤੈਨੂੰ ਸਾਡੀ ਕਹੀ ਨਾ ਕਹੀ ਦਾ ਕੋਈ ਅਸਰ ਨਹੀਂ। ਮੈਨੂੰ ਤੇ ਜਾਪਦਾ ਏ ਤੂੰ ਢੀਠਤਾ ਦੀਆਂ ਹੱਦਾਂ ਟੱਪ ਗਿਆ ਏ। ਹੁਣ ਤੇਰਾ ਸੁਧਰਨਾ ਮੁਸ਼ਕਿਲ ਹੈ। ਤੇ ਫਿਰ ਮਹਿਤਾ ਗੁੱਸੇ 'ਚ ਬੋਲਦੇ ਪੰਡਿਤ ਹਰਦਿਆਲ ਦੇ ਘਰ ਜਾ ਰਹੇ ਉਸ ਨੂੰ ਬੁਰਾ ਭਲਾ ਆਖਣ ਲੱਗੇ।
ਆਖਦਾ ਸੀ, ਬੜਾ ਸ਼ੋਭਾਵਾਨ ਪੁੱਤਰ ਹੈ ਕਾਲੂ ਤੇਰੇ ਤਾਂ। ਪੰਡਤ ਹਰਦਿਆਲ ਨੇ ਮਸਾਂ ਘਬਰਾਏ ਹੋਏ ਪਿਤਾ ਨੂੰ ਧੀਰਜ ਦੇ ਕੇ ਤੋਰਿਆ। ਮਹਿਤਾ ਐਵੇਂ ਕਲਪਿਆ ਨਾ ਕਰ, ਤੇਰਾ ਪੁੱਤਰ ਲੱਖਾਂ 'ਚੋਂ ਇੱਕ ਹੈ। ਨਾਨਕ ਧਿਆਨ ਵਿੱਚ ਰਹਿੰਦੇ ਕਈ ਵਾਰ ਸਾਰਾ ਦਿਨ ਘਰੋਂ ਬਾਹਰ ਹੀ ਗੁਜ਼ਾਰ ਦਿੰਦੇ। ਨਗਰ ਤੋਂ ਬਾਹਰ ਇੱਕ ਬਹੁਤ ਵੱਡਾ ਸੰਘਣਾ ਦਰਖਤ ਸੀ। ਉਸ ਥੱਲੇ ਜਾ ਕੇ ਆਪ ਬੈਠ ਜਾਂਦੇ ਤੇ ਸਾਰਾ ਦਿਨ ਉਸੇ ਥੱਲੇ ਬੈਠੇ ਰਹਿੰਦੇ। ਇਸ ਸੰਘਣੀ ਛਾਂ ਥੱਲੇ 2 ਘੜੀ ਦੁਪਹਿਰ ਬੀਤ ਗਈ। ਨਾਨਕ ਆਰਾਮ ਨਾਲ ਦੁਸ਼ਾਲਾ ਤਾਣ ਪਏ ਸਨ। ਜਦੋਂ 4 ਘੜੀਆਂ ਦਿਨ ਬੀਤ ਗਿਆ ਤੇ ਕਿਸੇ ਪਾਸਿਓਂ ਰਾਏ ਬੁਲਾਰ ਉੱਧਰੋਂ ਗੁਜ਼ਰੇ ਤੇ ਉਹ ਬੜਾ ਅਜੀਬ ਕੌਤਕ ਦੇਖਿਆ। ਕਿੱਡੇ ਅਸਚਰਜ ਦੀ ਗੱਲ ਹੈ, ਦਿਨ ਕਿੱਡਾ ਢਲ ਗਿਆ ਏ, ਸਭ ਪਰਛਾਵੇਂ ਢਲ ਗਏ ਨੇ, ਪਰ ਇਸ ਦਰਖਤ ਦੀ ਛਾਂ ਉੱਥੇ ਦੀ ਉੱਥੇ ਹੀ ਖਲੋਤੀ ਹੈ। ਨਿਸ਼ਚੇ ਹੀ ਨਾਨਕ ਕੋਈ ਕਲਾਵਾਨ ਅਵਤਾਰ ਹੈ। ਇਹ ਕਾਲੂ ਦਾ ਪੁੱਤਰ ਕੋਈ ਸਧਾਰਨ ਮਨੁੱਖ ਨਹੀਂ ਹੈ। ਮੈਂ ਤੇ ਪਹਿਲਾਂ ਹੀ ਕਾਲੂ ਨੂੰ ਆਖ ਚੁੱਕਾ ਹਾਂ, ਪਰ ਉਸ ਦੀ ਲਾਲਚੀ ਸੁਭਾਅ ਧੀਰਜ ਨਹੀਂ ਧਰਦਾ। ਗੁਰੂ ਜੀ ਨੂੰ ਸ਼ੀਸ਼ ਨਿਵਾਇਆ। ਰਾਏ ਬੁਲਾਰ ਨੇ ਮਨ ਵਿੱਚ ਗੁਰੂ ਨਾਨਕ ਲਈ ਪਿਆਰ ਦਾ ਉਮਾਂ ਉੰਬੜਿਆ। ਜਿਉਂ ਉਹਨਾਂ ਦਾ ਵਿਸ਼ਵਾਸ ਨਾਨਕ 'ਤੇ ਵੱਧਦਾ ਜਾਂਦਾ, ਤਿਵੇਂ ਉਹਨਾਂ ਦੀਆਂ ਕਲਪਨਾਵਾਂ ਦਾ ਨਾਸ਼ ਹੁੰਦਾ ਜਾਂਦਾ। ਦਿਨੋਂ ਦਿਨ ਉਹਨਾਂ ਦਾ ਹਿਰਦਾ ਸਵੱਛ ਗੰਗਾ ਨੀਰ ਤੋਂ ਵੀ ਵਧੇਰੇ ਨਿਰਮਲ ਹੁੰਦਾ ਗਿਆ। ਸੁਭਾਵਿਕ ਹੀ ਰਾਏ ਜਦੋਂ ਆਪਣੇ ਘਰ ਪਹੁੰਚੇ ਤਾਂ ਮਹਿਤਾ ਉਹਨਾਂ ਦੇ ਘਰ ਹੀ ਬੈਠੇ ਸਨ। ਰਾਏ ਬੁਲਾਰ ਉਹਨਾਂ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ। ਰਾਏ ਬੁਲਾਰ ਨੇ ਮਹਿਤਾ ਨੂੰ ਆਪਣੇ ਪਾਸ ਬਿਠਾਇਆ ਤੇ ਪ੍ਰੇਮ ਤੁੱਠੇ ਲੱਗੇ ਨਾਨਕ ਦੀਆਂ ਸਿਫਤਾਂ ਕਰਨ। ਆਖਣ, ਹੇ ਮਹਿਤਾ, ਤੇਰਾ ਪੁੱਤਰ ਖੁਦਾ ਏ। ਤੂੰ ਉਸ ਪੁੱਤ ਨੂੰ ਘੱਟ ਤੇ ਰੱਬ ਜ਼ਿਆਦਾ ਜਾਣ। ਉਸ 'ਤੇ ਸ਼ਰਧਾ ਧਾਰ। ਉਹ ਰੱਬੀ ਅਵਤਾਰ ਹੈ, ਉਹ ਆਪ ਖੁਦਾ ਹੈ। ਉਸ ਵਿੱਚ ਤੇ ਖੁਦਾ 'ਚ ਕੋਈ ਭੇਦ ਨਹੀਂ ਹੈ। ਅਵਤਾਰਾਂ ਲਈ ਸਭ ਬਰਾਬਰ ਹੁੰਦੇ ਨੇ, ਉਹਨਾਂ ਕੋਲੋਂ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਹੁੰਦੀ, ਉਹ ਤੇ ਪ੍ਰੇਮ ਪੁਜਾਰੀ ਹੁੰਦੇ ਨੇ। ਕਾਲੂ ਐਵੇਂ ਹੀ ਹੈ ਤੇਰਾ ਨਾਨਕ। ਤੈਨੂੰ ਕਿਸੇ ਵੇਲੇ ਵੀ ਨਾਨਕ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇ, ਤੂੰ ਨਿਝਕ ਮੇਰੇ ਪਾਸ ਆ ਜਾਵੀਂ, ਮੈਂ ਉਸ ਦੀ ਪੂਜਾ ਕਰਦਾ ਹਾਂ। ਕਾਲੂ ਤੇਰੇ ਪੁੱਤਰ ਮੇਰਾ ਖੁਦਾ ਹੋ ਗਿਆ ਹੈ। ਮੇਰਾ ਮਨ ਕਰਦਾ ਹੈ ਮੈਂ ਉਸ ਦੇ ਹਰ ਵੇਲੇ ਹੀ ਦਰਸ਼ਨ ਕਰੀ ਜਾਵਾਂ, ਉਸ ਨੂੰ ਹੱਥੀਂ ਭੋਜਨ ਖਵਾਵਾਂ, ਉਸ ਦੇ ਸੋਹਣੇ ਕੱਪੜੇ ਪਵਾਵਾਂ। ਮੇਰੇ ਮਨ 'ਚ ਉਹਦੇ ਪਿਆਰ ਦੀਆਂ ਤਰੰਗਾਂ ਜਾਗੀਆਂ ਹਨ ਜੋ ਮੈਂ ਰੋਕ ਨਹੀਂ ਸਕਦਾ। ਕਾਲੂ ਨੇ ਰਾਏ ਬੁਲਾਰ ਦਾ ਸ਼ੁਕਰਾਨਾ ਕੀਤਾ ਕਿ ਤੁਹਾਡੀ ਕਿਰਪਾ ਨਾਲ ਮੇਰੇ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ। ਜੇ ਜ਼ਰੂਰਤ ਹੋਈ ਮੈਂ ਜ਼ਰੂਰ ਮੰਗ ਲਵਾਂਗਾ। ਜਿਸ ਨਾਨਕ ਦੀ ਤੁਸੀਂ ਉਦੋਂ ਦੇ ਵਡਿਆਈ ਕਰ ਰਹੇ ਹੋ, ਉਸ ਵਿੱਚ ਕੋਈ ਵਡਿਆਈ ਵਾਲੀ ਗੱਲ ਮੈਨੂੰ ਨਜ਼ਰ ਨਹੀਂ ਆਉਂਦੀ। ਬਚਪਨ ਤੋਂ ਲੈ ਕੇ ਹੁਣ ਤੱਕ ਮੇਰਾ ਘਰ ਉਜਾੜਿਆ ਹੀ ਹੈ। ਤਦ ਰਾਏ ਨੇ ਕਿਹਾ, ਹੇ ਕਾਲੂ, ਤੂੰ ਉਸ ਵੱਲੋਂ ਅਣਜਾਣ ਹੈ, ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ। ਮਹਿਤਾ ਕਾਲੂ ਆਪਣੇ ਘਰ ਆ ਗਏ ਤੇ ਮਨ 'ਚ ਵਿਚਾਰ ਕਰਦੇ ਰਹੇ। ਨਾਨਕ ਸਾਰਾ ਦਿਨ ਘੁੰਮਦੇ ਫਿਰਦੇ, ਕਦੀ ਸਾਧਾਂ ਫਕੀਰਾਂ ਦੇ ਜਾ ਕੇ ਬੈਠਦੇ ਰਹਿੰਦੇ। ਲੋਕਾਂ ਨੂੰ ਖੌਰੇ ਇਸ ਵਿਹਲੜ ਤੇ ਬਿਮਾਰ ਜਿਹੇ ਮੁੰਡੇ 'ਚ ਕੀ ਦਿਸਦਾ ਹੈ। ਕੋਈ ਉਸ ਨੂੰ ਕਰਾਮਾਤੀ ਆਖਦਾ ਹੈ, ਕੋਈ ਖੁਦਾ ਆਖਦਾ ਹੈ। ਸ਼ਾਇਦ ਇਹ ਲੋਕ ਦਿਲਾਂ ਦੇ ਕਾਲੇ ਨੇ, ਮੇਰੇ ਘਰ ਦੀ ਬਰਬਾਦੀ ਚਾਹੁੰਦੇ ਨੇ। ਇਸ ਤਰ੍ਹਾਂ ਮਨ 'ਚ ਵਿਚਾਰ ਕਰਦੇ ਰਹੇ। ਫਿਰ ਮਾਤਾ ਤ੍ਰਿਪਤਾ ਨੂੰ ਆਖਣ ਲੱਗੇ, ਭਾਗਵਾਨੇ ਅੱਜ ਫਿਰ ਰਾਏ ਬੁਲਾਰ ਤੇਰੇ ਲਾਡਲੇ ਦੀ ਬੜੀ ਸਿਫਤ ਕਰਦਾ ਸੀ। ਆਖਦਾ ਸੀ ਨਾਨਕ ਕਿਸੇ ਰੁੱਖ ਥੱਲੇ ਉਸ ਦੇ ਦਿਨ ਢਲੇ ਸੁੱਤਾ ਪਿਆ ਦੇਖਿਆ। ਸਾਰੇ ਰੁੱਖਾਂ ਦੀਆਂ ਛਾਵਾਂ ਢਲ ਚੁੱਕੀਆਂ ਸਨ, ਪਰ ਜਿਸ ਥੱਲੇ ਨਾਨਕ ਸੁੱਤਾ ਪਿਆ ਸੀ ਉਹ ਰੁੱਖ ਦੀ ਛਾਂ ਸਿਖਰ 'ਤੇ ਹੀ ਸੀ। ਇਹ ਤੇਰਾ ਪੁੱਤਰ ਤ੍ਰਿਪਤਾ ਸਾਡੇ ਲਈ ਕਿਉਂ ਨਹੀਂ ਚੰਗਾ ਨਜ਼ਰ ਆਉਂਦਾ। ਬਾਹਰ ਸਭ ਇਸ ਦੀਆਂ ਸਿਫਤਾਂ ਕਰਦੇ ਨੇ। ਤਦ ਮਾਤਾ ਨੇ ਬੜੇ ਦਿਲਾਸੇ ਨਾਲ ਕਿਹਾ, ਸੁਆਮੀ ਜੀ, ਤੁਸੀਂ ਉਸ ਨੂੰ ਐਵੇਂ ਝਿੜਕਿਆ ਨਾ ਕਰੋ। ਮਸਤਾਨਾ ਏ ਮੇਰਾ ਪੁੱਤਰ, ਸਾਰੀ ਉਮਰ ਪਈ ਏ ਧਨ ਕਮਾਉਣ ਵਾਸਤੇ, ਕਿਹੜਾ ਬੁੱਢਾ ਹੋ ਗਿਆ ਏ। ਤੁਸੀਂ ਤੇ ਐਵੇਂ ਹੀ ਦਿਲ ਕਾਲਾ ਕਰਕੇ ਬੈਠੇ ਹੋ। ਕਾਲੂ ਜੀ ਚੁੱਪ ਕਰ ਗਏ। ਸ਼ਾਇਦ ਤ੍ਰਿਪਤਾ ਸੱਚ ਹੀ ਆਖ ਰਹੀ ਹੈ। ਉਹ ਮਨ ਵਿੱਚ ਸੋਚਦੇ ਪਏ ਸਨ ਇਸ ਗੱਲ ਦੀ, ਤੇ ਉਹਨਾਂ ਦੇ ਮਨ ਨੂੰ ਬੜੀ ਤਸੱਲੀ ਹੈ ਕਿ ਨਾਨਕ ਦਾ ਕੋਈ ਬਦੀ ਉਲਾਂਭਾ ਉਹਨਾਂ ਨੂੰ ਨਹੀਂ ਮਿਲਿਆ। ਕੋਈ ਆਖਦਾ ਕਾਲੂ ਤੇਰੇ ਘਰ ਔਲੀਆਂ ਜੰਮਿਆ, ਕੋਈ ਕਹਿੰਦਾ ਰੱਬ ਭੇਸ਼ ਬਦਲ ਕੇ ਆ ਗਿਆ ਹੈ। ਇਸ ਦੀ ਜਨਮ ਕੁੰਡਲੀ 'ਚ ਵੀ ਇਹ ਹੀ ਲਿਖਿਆ ਹੈ ਕਿ ਨਾਨਕ ਬਹੁਤ ਵੱਡਾ ਧਨੰਤਰ ਹੋਵੇਗਾ, ਸਾਰਾ ਜਗਤ ਇਸ ਦੇ ਕਦਮ 'ਚ ਝੁਕੇਗਾ, ਅੰਬਰ ਚੰਨ ਤਾਰੇ ਇਸ ਨੂੰ ਸਜਦੇ ਕਰਨਗੇ। ਸ਼ਾਇਦ ਅਜਿਹਾ ਹੀ ਹੋਵੇ, ਨਾਨਕ ਕਿਸਮਤ ਵਾਲਾ ਹੀ ਹੋਵੇ, ਥੋੜ੍ਹਾ ਬਹੁਤ ਪੈਸਾ ਕਮਾਉਣ ਦਾ ਸਾਧਨ ਹੋਵੇ ਤਾਂ ਮੈਂ ਮਨ ਨੂੰ ਧੀਰਜ ਧਰ ਲਵੇ। ਸੋਹਣਾ ਚੰਨ ਵਰਗਾ ਪੁੱਤਰ ਗਲੀਆਂ 'ਚ ਵਿਹਲਾ ਫਿਰਦਾ ਝੱਲ ਹੁੰਦਾ ਏ। ਇਹ ਇੱਕ ਹੈ ਇਕੱਲਾ, ਕਿਸੇ ਆਹਰੇ ਲੱਗ ਜਾਵੇ, ਮੇਰਾ ਮਨ ਠੰਡਾ ਹੋ ਜਾਵੇ। ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਅਗਲੇ ਭਾਗ ਵਿੱਚ।